मैं डॉक्टर अवतार सिंह, डायरैक्टर अमनदीप ग्रुप ऑफ हॉस्पिटल्स। ਅੰਮ੍ਰਿਤਸਰ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਪਲਾਸਟਿਕ ਸਰਜਰੀ ਐਸੋਸੀਏਸ਼ਨ ਆਫ ਇੰਡੀਆ ਉਹਦੀ ਐਨੂਅਲ ਕਾਨਫਰੰਸ ਜਿਹੜੀ ਹੈ ਉਹ ਅੰਮ੍ਰਿਤਸਰ ਦੇ ਵਿੱਚ ਹੋ ਰਹੀ ਹੈ ਔਰ ਅਸੀਂ ਉਹਨੂੰ ਹੋਸਟ ਕਰ ਰਹੇ ਹਾਂ। 40 ਸਾਲ ਬਾਅਦ ਪੰਜਾਬ ਦੇ ਵਿੱਚ ਇਹ ਪਲਾਸਟਿਕ ਸਰਜਰੀ ਦੀ ਨੈਸ਼ਨਲ ਕਾਨਫਰੰਸ ਹੋ ਰਹੀ ਹੈ ਔਰ ਇਹਦੇ ਵਿੱਚ ਤਕਰੀਬਨ 800 ਪਲਾਸਟਿਕ ਸਰਜਨ ਸਾਰੇ ਇੰਡੀਆ ਤੋਂ ਔਰ ਕੁਝ ਪਲਾਸਟਿਕ ਸਰਜਨ ਦੂਸਰੇ ਕੰਟਰੀਜ਼ ਤੋਂ, ਅਮਰੀਕਾ ਤੋਂ, USA ਤੋਂ, ਉਹ ਸਾਰੇ ਇੱਥੇ ਆ ਕੇ ਪਾਰਟੀਸਪੇਟ ਕਰ ਰਹੇ ਨੇ। ਕਾਨਫਰੰਸ ਦਾ ਜਿਹੜਾ ਮਕਸਦ ਹੁੰਦਾ ਬੇਸਿਕਲੀ ਇਹ ਹੁੰਦਾ ਕਿ ਜਿਹੜੇ ਸੀਨੀਅਰ ਡਾਕਟਰਸ ਨੇ ਉਹਨਾਂ ਦਾ ਐਕਸਪੀਰੀਅੰਸ ਜਿਹੜਾ ਹੁੰਦਾ ਸਾਰੀ ਉਮਰ ਦਾ ਉਹਨੂੰ ਜੂਨੀਅਰ ਡਾਕਟਰਸ ਦੇ ਨਾਲ ਸ਼ੇਅਰ ਕੀਤਾ ਜਾਂਦਾ। ਪੈਰਲਲ ਇੱਥੇ 8 ਥੀਏਟਰਸ ਚੱਲ ਰਹੇ ਨੇ ਔਰ ਸਾਰਿਆਂ ਦੇ ਵਿੱਚ ਜੂਨੀਅਰ ਡਾਕਟਰਸ ਦੀ ਜਿਹੜੀ ਹੈ ਉਹ ਐਜੂਕੇਸ਼ਨ ਹੋ ਰਹੀ ਹੈ। ਕਾਨਫਰੰਸ ਦਾ ਜਿਹੜਾ ਮੇਨ ਫਾਇਦਾ ਇਹ ਹੁੰਦਾ ਕਿ ਜਦੋਂ ਐਕਸਪੀਰੀਅੰਸ ਆਪਸ ਦੇ ਵਿੱਚ ਸ਼ੇਅਰ ਹੁੰਦਾ ਉਹ ਫਿਰ ਜੂਨੀਅਰ ਡਾਕਟਰਸ ਜਿਹੜੇ ਨੇ ਉਹਨਾਂ ਦੀ ਜਿਹੜੀ ਹੈ ਨੌਲੇਜ ਦੇ ਵਿੱਚ ਵਾਧਾ ਹੁੰਦਾ। ਜਦੋਂ ਫਿਰ ਉਹ ਵਾਪਸ ਜਾਂਦੇ ਨੇ ਆਪਣੀ ਜਗ੍ਹਾ 'ਤੇ ਆਪਣੇ ਪੇਸ਼ੈਂਟਸ ਦੀ ਟਰੀਟਮੈਂਟ ਕਰਦੇ ਨੇ ਫਿਰ ਉਹ ਪੇਸ਼ੈਂਟਸ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ। ਬੇਸਿਕਲੀ ਕਾਨਫਰੰਸਿਸ ਦਾ ਇਹੀ ਮੁੱਦਾ ਹੁੰਦਾ ਸਾਰੇ ਦੁਨੀਆ ਦੇ ਵਿੱਚ ਕਿ ਨੌਲੇਜ ਸ਼ੇਅਰ ਕਰੋ ਔਰ ਫਿਰ ਉਹ ਫਾਇਦਾ ਜਿਹੜਾ ਆਪਣੇ ਪੇਸ਼ੈਂਟਸ ਨੂੰ ਦਿਓ। ਮੈਂ ਡਾਕਟਰ ਰਵੀ ਮਹਾਜਨ ਨੂੰ ਬਹੁਤ ਵਧਾਈ ਦਿੰਦਾ ਇਸ ਚੀਜ਼ 'ਤੇ ਕਿ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਡਾਕਟਰ ਰਵੀ ਮਹਾਜਨ ਕਿਉਂਕਿ ਹੀ ਇਜ਼ ਪ੍ਰੈਜ਼ੀਡੈਂਟ ਆਫ ਪਲਾਸਟਿਕ ਸਰਜਰੀ ਐਸੋਸੀਏਸ਼ਨ ਆਫ ਇੰਡੀਆ, ਸੋ ਉਹਨਾਂ ਨੇ ਇਹ ਜਿਹੜੀ ਕਾਨਫਰੰਸ ਹੈ ਨੈਸ਼ਨਲ ਕਾਨਫਰੰਸ ਇਹ ਅੰਮ੍ਰਿਤਸਰ ਦੇ ਵਿੱਚ ਲੈ ਕੇ ਆਏ। ਸੋ ਮੈਂ ਸਮਝਦਾ ਕਿ ਇਹ ਸਾਡੇ ਦਸਤਾਰ ਦੇ ਵਿੱਚ ਇੱਕ ਹੋਰ ਫੈਦਰ ਲੱਗ ਗਿਆ। ਬਹੁਤ ਮਾਣ ਹੈ ਇਸ ਗੱਲ ਦਾ। ਇਹਦੇ ਨਾਲ ਨਾਲ ਮੈਂ ਡਾਕਟਰ ਜਸਪਾਲ ਸਿੰਘ ਸੰਧੂ ਨੂੰ ਵੀ ਵਧਾਈ ਦਿੰਦਾ ਜਿਨ੍ਹਾਂ ਨੇ ਇੰਨਾ ਅੱਛਾ ਇਨਫਰਾਸਟਰਕਚਰ ਜਿਹੜਾ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਕ੍ਰੀਏਟ ਕੀਤਾ ਜਿੱਥੇ ਕਿ ਇੱਕ ਨੈਸ਼ਨਲ ਲੈਵਲ ਦੀ ਕਾਨਫਰੰਸ ਹੋ ਪਾਏ। ਜੇ ਤੁਸੀਂ ਬਾਕੀ ਆਪਣੇ ਸ਼ਹਿਰ 'ਚ ਦੇਖੋ ਤਾਂ ਇੰਨੀਆਂ ਵੱਡੀਆਂ ਕਾਨਫਰੰਸਿਸ ਕਰਨ ਦਾ ਕਿਤੇ ਵੀ ਜਿਹੜਾ ਇਨਫਰਾਸਟਰਕਚਰ ਨਹੀਂ ਹੈਗਾ। ਸੋ ਇਸ ਬਾਰੇ ਡਾਕਟਰ ਸੰਧੂ ਵਧਾਈ ਦੇ ਪਾਤਰ ਨੇ ਔਰ ਮੈਂ ਇੱਕ ਵਾਰੀ ਫਿਰ ਜਿੰਨੇ ਡੈਲੀਗੇਟ ਆਏ ਹੋਏ ਨੇ ਇੱਥੇ ਬਾਹਰੋਂ ਮੈਂ ਆਸ ਰੱਖਦਾ ਕਿ ਉਹ ਇਸ ਕਾਨਫਰੰਸ ਦੇ ਵਿੱਚੋਂ ਆਪਣੀ ਨੌਲੇਜ ਦੇ ਵਿੱਚ ਕਾਫੀ ਵਾਧਾ ਕਰਕੇ ਜਾਣਗੇ ਔਰ ਆਪਣੇ ਪੇਸ਼ੈਂਟਸ ਦਾ ਜਿਹੜਾ ਬੈਨੀਫਿਟ ਕਰਨਗੇ। ਥੈਂਕ ਯੂ। ਦੇਖੋ ਇਹ ਜਿਹੜੀ ਕਾਨਫਰੰਸ ਹੈ ਇਹ ਪੰਜਾਬ ਦੇ ਵਿੱਚ 40 ਸਾਲਾਂ ਬਾਅਦ ਹੋ ਰਹੀ ਹੈ। ਜਿਹੜੀ ਇਸ ਤੋਂ ਪਹਿਲੇ ਜਿਹੜੀ ਕਾਨਫਰੰਸ ਹੋਈ ਸੀ ਉਹ ਸੰਨ 82 'ਚ ਹੋਈ ਸੀ ਪਟਿਆਲੇ ਦੇ ਵਿੱਚ ਅਤੇ ਔਰ ਅੰਮ੍ਰਿਤਸਰ ਦੇ ਵਿੱਚ ਇਹ ਪਹਿਲੀ ਦਫਾ ਹੋ ਰਹੀ ਹੈ। ਸੋ ਸਾਡੇ ਵਾਸਤੇ ਪਰਟੀਕੂਲਰਲੀ ਅਮਨਦੀਪ ਹਸਪੀਟਲ ਵਾਸਤੇ ਔਰ ਖਾਸ ਕਰ ਅੰਮ੍ਰਿਤਸਰ ਵਾਸਤੇ ਇਹ ਬਹੁਤ ਹੀ ਮਤਲਬ ਇੱਕ ਇੰਪੋਰਟੈਂਟ ਨੈਸ਼ਨਲ ਇਵੈਂਟ ਹੈ ਔਰ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਸਕਸੈਸਫੁਲ ਬਣਾਇਆ ਜਾਵੇ। ਇਹਦੇ ਵਿੱਚ ਕੋਈ 700 ਤੋਂ 800 ਦੇ ਵਿੱਚ ਪਲਾਸਟਿਕ ਸਰਜਨਸ ਔਰ ਪਲਾਸਟਿਕ ਸਰਜਰੀ ਦੀ ਟ੍ਰੇਨਿੰਗ ਲੈ ਰਹੇ ਡਾਕਟਰਸ ਜਿਹੜੇ ਹੈ ਉਹ ਪਾਰਟਿਸਿਪੇਟ ਕਰ ਰਹੇ ਹੈ ਔਰ ਇਹਦੇ ਵਿੱਚ ਮੇਨਲੀ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਪ੍ਰੋਗਰਾਮ ਹੁੰਦਾ ਹੈ ਉਹ ਸਾਇੰਟੀਫਿਕ ਪ੍ਰੋਗਰਾਮ ਚੱਲਦਾ ਹੈ ਜਿਹਦੇ ਵਿੱਚ ਜਿਹੜੀਆਂ ਲੇਟੈਸਟ ਟੈਕਨੀਕਸ ਜਿਹੜੀਆਂ ਪਲਾਸਟਿਕ ਸਰਜਰੀ ਨਾਲ ਡਿਫਰੈਂਟ ਸਬ ਸਪੈਸ਼ਲਟੀਜ਼ ਰਿਲੇਟਡ ਹੈ ਜਿਸ ਤਰ੍ਹਾਂ ਕਿ ਬਰਨਸ ਦੇ ਵਿੱਚ, ਐਕਸੀਡੈਂਟ ਕੇਸਿਸ ਦੇ ਵਿੱਚ, ਕੈਂਸਰ ਦੇ ਕੇਸਿਸ ਦੇ ਵਿੱਚ ਰੀਕਨਸਟਰਕਸ਼ਨ ਬਾਰੇ ਔਰ ਕਾਸਮੈਟਿਕ ਸਰਜਰੀ ਬਾਰੇ ਜਿਹੜਾ ਹੈ ਉਹ ਲੇਟੈਸਟ ਟੈਕਨੀਕਸ ਦੇ ਬਾਰੇ ਜਿਹੜੀ ਹੈ ਉਹ ਵਾਰਤਾਲਾਪ ਕੀਤੀ ਜਾਂਦੀ ਹੈ ਔਰ ਇਹਦੇ ਵਿੱਚ ਅਸੀਂ ਬਹੁਤ ਸਾਰੇ ਇੰਟਰਨੈਸ਼ਨਲ ਫੈਕਲਟੀ ਜਿਹੜੇ ਕਿ ਵਰਲਡ ਦੇ ਬਹੁਤ ਸਾਰੀ ਕੰਟਰੀਜ਼ ਤੋਂ ਬੜੇ ਰਿਨਾਊਂਡ ਪਲਾਸਟਿਕ ਸਰਜਨਸ ਹੈ ਜੋ ਕਿ ਆਪਣੀ ਫੀਲਡ ਦੇ ਵਿੱਚ ਮਾਹਰ ਹੈ ਔਰ ਜਿਨ੍ਹਾਂ ਨੇ ਪਲਾਸਟਿਕ ਸਰਜਰੀਆਂ ਦੀਆਂ ਬੁੱਕਸ ਲਿਖੀਆਂ ਹੋਈਆਂ ਉਹਨਾਂ ਨੂੰ ਅਸੀਂ ਬੁਲਾਇਆ। ਅਤੇ ਉਸ ਤੋਂ ਇਲਾਵਾ ਸਾਡੇ ਜਿਹੜੇ ਨੈਸ਼ਨਲ ਲੈਵਲ ਦੇ ਜਿਹੜੇ ਟੌਪ ਮੋਸਟ ਪਲਾਸਟਿਕ ਸਰਜਨਸ ਹੈ ਉਹ ਵੀ ਪਾਰਟਿਸਿਪੇਟ ਕਰ ਰਹੇ ਹੈ ਤਾਂ ਕਿ ਜਿਹੜੇ ਯੰਗ ਬਡਿੰਗ ਪਲਾਸਟਿਕ ਸਰਜਨਸ ਹੈ ਉਹਨਾਂ ਨੂੰ ਜਿਹੜੀਆਂ ਉਹ ਲੇਟੈਸਟ ਟੈਕਨੀਕਸ ਦੇ ਬਾਰੇ ਔਰ ਈਵਨ ਬੇਸਿਕ ਟੈਕਨੀਕਸ ਦੇ ਬਾਰੇ ਜਿਹੜੀ ਆ ਪੂਰੀ ਜਾਣਕਾਰੀ ਦਿੱਤੀ ਜਾ ਸਕੇ। ਇਹ ਕੱਲ੍ਹ ਸ਼ੁਰੂ ਹੋਇਆ ਸੀ ਸੋ ਇਹ 9 ਤੋਂ 13 ਤਰੀਕ ਤੱਕ ਹੈ। ਤੋ ਅੱਜ ਸਾਡਾ ਦੂਸਰਾ ਦਿਨ ਹੈ ਸੋ ਅਜੇ 3 ਦਿਨ ਹੋਰ ਚੱਲੇਗੀ ਔਰ ਇਹਦੇ 'ਚ ਬਹੁਤ ਹੀ ਕੰਪਰੀਹੈਂਸਿਵ ਪ੍ਰੋਗਰਾਮਸ ਰੱਖੇ ਗਏ ਹੈ ਜਿਹਦੇ ਵਿੱਚ ਵਰਕਸ਼ਾਪਸ ਰੱਖੀਆਂ ਗਈਆਂ, ਪੈਨਲ ਡਿਸਕਸ਼ਨਸ ਜਿਹੜੀਆਂ ਉਹ ਰੱਖੀਆਂ ਗਈਆਂ ਔਰ ਹੈਂਡਸ ਔਨ ਜਿਹੜੀ ਹੈ ਟ੍ਰੇਨਿੰਗ ਵੀ ਰੱਖੀ ਗਈ ਹੈ। ਸੋ ਇਹ ਬਹੁਤ ਹੀ ਯੂਜ਼ਫੁਲ ਹੋਏਗੀ ਪਲਾਸਟਿਕ ਸਰਜਰੀ ਟ੍ਰੇਨਿਜ਼ ਵਾਸਤੇ ਵੀ ਔਰ ਜਿਹੜੇ ਪਲਾਸਟਿਕ ਸਰਜਨਸ ਆਲਰੇਡੀ ਐਕਸਪੀਰੀਅੰਸਡ ਹੈ ਉਹਨਾਂ ਦੇ ਐਕਸਪੀਰੀਅੰਸ ਨੂੰ ਫਰਦਰ ਜਿਹੜਾ ਵਾ ਇੰਪਰੂਵ ਕਰਨ ਵਾਸਤੇ ਵੀ ਬਹੁਤ ਯੂਜ਼ਫੁਲ ਹੋਏਗੀ। ਪਬਲਿਕ ਨੂੰ ਤਾਂ ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਜੀ ਕਿ ਪਲਾਸਟਿਕ ਸਰਜਰੀ ਦੇ ਬਾਰੇ ਲੋਕਾਂ ਦੀ ਜਿਹੜੀ ਭ੍ਰਾਂਤੀ ਹੈ ਵੀ ਇਹ ਸਿਰਫ ਕਾਸਮੈਟਿਕ ਸਰਜਰੀ ਹੀ ਹੁੰਦੀ ਹੈ, ਇਸ ਤਰ੍ਹਾਂ ਨਹੀਂ ਹੈ। ਪਲਾਸਟਿਕ ਸਰਜਰੀ ਜਿਹੜੀ ਹੈ ਉਹ ਕਾਸਮੈਟਿਕ ਸਰਜਰੀ ਤੋਂ ਇਲਾਵਾ ਕਾਸਮੈਟਿਕ ਸਰਜਰੀ ਇੱਕ ਇੰਪੋਰਟੈਂਟ ਕੰਪੋਨੈਂਟ ਹੈ ਪਲਾਸਟਿਕ ਸਰਜਰੀ ਦਾ।
ਬਾਕੀ ਚੀਜ਼ਾਂ ਦੇ ਵਿੱਚ ਵੀ ਬਹੁਤ ਰੋਲ ਹੈ, ਜਿਸ ਤਰ੍ਹਾਂ ਕਿ ਜਲੇ ਹੋਏ ਮਰੀਜ਼ਾਂ ਦੇ ਵਿੱਚ ਜਿਹੜਾ ਵਾ ਸ਼ੁਰੂ ਦੇ ਵਿੱਚ ਵੀ ਔਰ ਬਾਅਦ ਦੇ ਵਿੱਚ ਵੀ ਜਦੋਂ ਕੋਈ ਵਿਕ੍ਰਿਤੀਆਂ ਪੈਦਾ ਹੋ ਜਾਂਦੀਆਂ ਉਹਦੇ 'ਚ ਰੋਲ ਹੈ। ਫਿਰ ਜਿਹੜੀਆਂ ਜਨਮ ਜਾਤ ਦੀਆਂ ਜਮਾਂਦਰੂ ਪ੍ਰੋਬਲਮਸ ਹੁੰਦੀਆਂ, ਜਿਸ ਤਰ੍ਹਾਂ ਕਿ ਜਨਮ ਤੋਂ ਕੱਟੇ ਹੋਏ ਤਾਲੂ ਜਾਂ ਬੁੱਲ ਹੋ ਗਏ, ਜਾਂ ਹੋਰ ਕਿਸੇ ਦਾ ਪ੍ਰੋਪਰ ਕੰਨ ਨਹੀਂ ਬਣਿਆ ਹੋਇਆ, ਜਾਂ ਹੋਰ ਵੀ ਕਈ ਸਾਰੀਆਂ ਜਨਮਜਾਤ ਪ੍ਰੋਬਲਮਸ ਹੁੰਦੀਆਂ, ਖਾਸ ਕਰ ਫੇਸ ਦੀਆਂ, ਔਰ ਜਿਹੜੀ ਪਿਸ਼ਾਬ ਵਾਲੀ ਨਾਲੀ ਹੈ ਉਹਦੀਆਂ ਵੀ ਪ੍ਰੋਬਲਮਸ ਹੁੰਦੀਆਂ, ਕਈਆਂ ਦੀਆਂ ਉਂਗਲੀਆਂ ਜੁੜੀਆਂ ਹੁੰਦੀਆਂ। ਸੋ ਉਹ ਸਾਰੀਆਂ ਦੇ ਵਿੱਚ ਪਲਾਸਟਿਕ ਸਰਜਰੀ ਦਾ ਬਹੁਤ ਰੋਲ ਹੈ। ਕੈਂਸਰ ਦੇ ਮਰੀਜ਼ਾਂ ਦੇ ਵਿੱਚ ਜਦੋਂ ਕੋਈ ਹਿੱਸਾ ਜਿਹੜਾ ਹੈ ਨਿਕਲ ਜਾਂਦਾ, ਉਹਨੂੰ ਦੁਬਾਰਾ ਤੋਂ ਬਣਾਉਣਾ, ਉਹ ਵੀ ਇੱਕ ਬੜਾ ਇੰਪੋਰਟੈਂਟ ਪਲਾਸਟਿਕ ਸਰਜਨਸ ਉਹਦੇ 'ਚ ਰੋਲ ਪਲੇ ਕਰਦੇ ਹੈ। ਸੋ ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਸਾਰੇ ਲੋਕਾਂ ਨੂੰ ਕਿ ਪਲਾਸਟਿਕ ਸਰਜਰੀ ਜਿਹੜੀ ਹੈ ਸਿਰਫ ਅਮੀਰ ਲੋਕਾਂ ਲਈ ਨਹੀਂ ਹੈ, ਉਹ ਮਾਸਿਸ ਵਾਸਤੇ ਵੀ ਹੈ, ਔਰ ਅਸੀਂ ਜਿਹੜੇ ਹੈ ਮਾਸਿਸ ਦੀ ਵੀ ਇਹਦੇ 'ਚ ਬਹੁਤ ਜਿਹੜੀ ਹੈ ਉਹ ਹੈਲਪ ਕਰ ਸਕਦੇ ਹਾਂ ਜੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਡਿਫਾਰਮਿਟੀਜ਼ ਹੈਗੀਆਂ। ਥੈਂਕ ਯੂ। ਸਤਿ ਸ਼੍ਰੀ ਅਕਾਲ ਸਭ ਨੂੰ ਜੀ। ਅੱਜ ਇੱਥੇ ਪਲਾਸਟਿਕ ਸਰਜਰੀ ਦੀ ਕਾਨਫਰੰਸ ਹੋ ਰਹੀ ਹੈ ਅੰਮ੍ਰਿਤਸਰ 'ਚ, ਜੋ ਕੱਲ੍ਹ ਸ਼ੁਰੂ ਹੋਈ ਸੀ ਔਰ ਐਤਵਾਰ ਤੱਕ ਚੱਲੇਗੀ। ਕੱਲ੍ਹ ਤੇ ਇਹਨਾਂ ਦੀ ਵਰਕਸ਼ਾਪ ਸੀਗੀਆਂ, ਅੱਜ ਪ੍ਰੋਪਰ ਜਿਹੜੇ ਲੈਕਚਰਸ ਵਗੈਰਾ ਹੁੰਦੇ ਉਹ ਸ਼ੁਰੂ ਹੋ ਗਏ ਨੇ, ਤੇ 40 ਸਾਲਾਂ ਬਾਅਦ ਇਹ ਕਾਨਫਰੰਸ ਅੰਮ੍ਰਿਤਸਰ 'ਚ ਆਈ ਹੈ। ਔਰ ਰਵੀ ਮਹਾਜਨ, ਡਾਕਟਰ ਰਵੀ ਮਹਾਜਨ ਜਿਹੜੇ ਕਿ ਸਾਡੇ ਬਹੁਤ ਮਸ਼ਹੂਰ ਪਲਾਸਟਿਕ ਸਰਜਨ ਨੇ, ਜਿਹੜੇ ਅਮਨਦੀਪ ਹਸਪੀਟਲ 'ਚ ਬਹੁਤ ਦੇਰ ਤੋਂ ਡਾਕਟਰ ਅਮਨਦੀਪ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਹੇ ਨੇ। ਔਰ ਇਹ ਬੜੀ ਜਿਹੜੀ ਇੰਪੋਰਟੈਂਟ ਫੀਲਡ ਸੀ ਜਿਹਨੂੰ ਅੰਮ੍ਰਿਤਸਰ 'ਚ ਲੈ ਕੇ ਆਏ, ਕਿਉਂਕਿ ਇਸ ਤੋਂ ਪਹਿਲਾਂ ਜਦੋਂ ਵੀ ਕਦੇ ਕੋਈ ਹੱਥ ਜਾਂ ਉਂਗਲੀ ਵਗੈਰਾ ਕੱਟੀ ਜਾਂਦੀ ਸੀ ਤਾਂ ਉਹਨੂੰ ਜੋੜਨ ਦਾ ਕੋਈ ਸਿਸਟਮ ਨਹੀਂ ਸੀ ਹੈਗਾ। ਲੇਕਿਨ ਹੁਣ ਕੋਈ ਆ ਜਿਹੜਾ ਕਿ ਇਸ ਇਲਾਜ ਤੋਂ ਬਚਿਆ ਰਹਿ ਜਾਏ, ਕਿਉਂਕਿ ਜਿਹੜੀ ਚੀਜ਼ ਕੱਟੀ ਹੈ ਜੇ ਇਹਨੂੰ ਪ੍ਰੀਜ਼ਰਵ ਕਰਕੇ ਠੰਡੀ ਚੀਜ਼ ਮੋਮਜਾਮੇ 'ਚ ਲਪੇਟ ਕੇ ਔਰ ਬਰਫ਼ ਦੇ ਵਿੱਚ ਰੱਖ ਕੇ ਇਹਨੂੰ ਲੈ ਆਂਦਾ ਜਾਵੇ। ਸਿੱਧਾ ਕੰਟੈਕਟ ਨਹੀਂ ਹੋਣਾ ਚਾਹੀਦਾ, ਉਹ ਇੰਡਾਇਰੈਕਟ ਕੰਟੈਕਟ ਹੋਣਾ ਚਾਹੀਦਾ। ਜੇ ਲਿਆਓ ਤੇ 6 ਘੰਟੇ ਅੰਦਰ ਅੰਦਰ ਆ ਜਾਏ, ਮਰੀਜ਼ ਵੀ ਆ ਜਾਏ, ਅੰਗ ਵੀ ਆ ਜਾਏ, ਤੇ ਇਹ ਜੋੜ ਦਿੰਦੇ ਆ। ਸੋ ਜਿਹੜੀ ਮਾਈਕਰੋ ਸਰਜਰੀ ਹੈ ਉਹ ਇਹ ਮਾਈਕਰੋਵੈਸਕੂਲਰ ਸਰਜਰੀ ਜਿਹੜੀ ਉਹ ਲੈ ਕੇ ਆਏ ਨੇ ਅੰਮ੍ਰਿਤਸਰ ਵਿੱਚ। ਹੁਣ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇਹਨਾਂ ਨੇ ਪਹਿਲ ਕੀਤੀ, ਔਰ ਹੁਣ ਤਾਂ ਚਲੋ ਹੋਰ ਵੀ ਲੋਕ ਆ ਗਏ ਨੇ, ਪਰ ਪਹਿਲ ਕਰਨੀ ਬੜੀ ਇੰਪੋਰਟੈਂਟ ਹੁੰਦੀ ਹੈ। ਸੋ 40 ਸਾਲਾਂ ਬਾਅਦ ਇਹ ਅੱਜ ਜਿਹੜੀ ਹੈ ਕਾਨਫਰੰਸ ਅੰਮ੍ਰਿਤਸਰ 'ਚ ਆਈ ਹੈ, ਔਰ ਬੜੀ ਵੱਡੀ ਕਾਨਫਰੰਸ ਹੈ। 30 ਡਾਕਟਰ ਫੋਰਨ ਕੰਟਰੀ 'ਚੋਂ ਵੀ ਆਏ ਨੇ, ਬਾਕੀ ਪੂਰੇ ਹਿੰਦੁਸਤਾਨ 'ਚੋਂ ਆਏ ਨੇ। ਸੋ ਮੈਂ ਬਹੁਤ ਬਹੁਤ ਵਧਾਈ ਦਿੰਦਾ ਆਰਗੇਨਾਈਜ਼ਰਸ ਨੂੰ, ਸਪੈਸ਼ਲੀ ਡਾਕਟਰ ਰਵੀ ਮਹਾਜਨ ਨੂੰ ਵਧਾਈ ਦਿੰਦਾ ਬਹੁਤ ਬਹੁਤ ਜ਼ਿਆਦਾ। हाँ जी, मेरा नाम डॉक्टर गिरधर ज्ञानी, मैं डायरेक्टर जनरल हूँ प्राइवेट हॉस्पिटल एसोसिएशन ऑफ इंडिया। हमारी एसोसिएशन के 21,000 हॉस्पिटल हमारे मेंबर्स हैं, और हमारा जो काम है वो कैपेसिटी बिल्डिंग के ऊपर है, गवर्नमेंट से बात करने के ऊपर है, मेडिकल एजुकेशन में नंबर ऑफ़ सीट्स बढ़ाने के ऊपर बात होती है। जैसे मान लीजिए पंजाब में इस समय हमारे पास 1600 MBBS सीट्स हैं, लेकिन हमारे पास जो पोस्ट ग्रेजुएट सीट्स हैं वो सिर्फ 700 हैं। इसका मतलब हमारे जो MBBS पास करने के बाद बच्चों को बाहर जाना पड़ता है। जब वो बाहर चले जाते हैं, बाहर का मतलब है बेंगलोर चले गए, चेन्नई चले गए, तो फिर वो वापस पंजाब में नहीं आ पाते हैं। तो हमारा जो उद्देश्य ये है कि हर एक स्टेट में जो अंडर ग्रेजुएट सीट्स हैं और पोस्ट ग्रेजुएट सीट्स हैं उनको हम बराबर लाने की कोशिश कर रहे हैं। दूसरा जो हम काम कर रहे हैं अभी, नेशनल डिजिटल हेल्थ मिशन, ये बहुत बड़ा काम है, जिसमें हर एक पेशेंट की हम डिजिटल ID बनवा रहे हैं। उसके अलावा सारे डॉक्टर्स की ID करके पूरा एक डेटाबेस बन रहा है, हॉस्पिटल नर्सिंग होम का डेटाबेस बन रहा है। अगले 1 साल के अंदर आपको अगर मेडिकल रिकॉर्ड्स यहाँ पर हैं इनके हॉस्पिटल में, आप चेन्नई में गए, आप वहाँ से रिकॉर्ड अपने आप वहाँ पहुँच जाएंगे। तो ये सारी काम जो है ये एसोसिएशन सरकार के साथ मिलके कर रही है। ये जो हमारी आज की कॉन्फ्रेंस है, इसका जो बड़ा इम्पोर्टेंस ये है कि ये हमारे जो सर्जन एक साथ यहाँ पे आते हैं, केस स्टडीज डिस्कस करते हैं, और उससे जो यंगर सर्जन है उनकी लर्निंग होती है और नेटवर्किंग होती है आपस में। ये हमारा उद्देश्य है आज की कॉन्फ्रेंस का। बाकी डॉक्टर